ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਹ ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੀ ਅਸੀਮ ਅਨੁਕੰਪਾ ਦਾ ਸਦਕਾ ਆਪ ਜੀ ਨੇ ਸੋਦਰ ਚੌਂਕੀ ਦੇ ਕੀਰਤਨ ਰਹਿਰਾਸ ਆਰਤੀ ਆਰਤਾ ਅਰਦਾਸਾਂ ਬੇਨਤੀਆਂ ਜੋਦੜੀਆਂ ਫਿਰ ਮਹਾਰਾਜ ਦੇ ਹੁਕਮਨਾਮੇ ਝੋਲੀ 'ਚ ਪਵਾਏ ਨੇ। ਕੁਝ ਸਮਾਂ ਹੋਰ ਗੁਰੂ ਇਤਿਹਾਸ ਵਿਚਾਰ ਰਾਹੀਂ ਮਨ ਗੁਰੂ ਦੀਦਾਰ ਦਾ ਅਨੁਭਵ ਕਰ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਉਹਨਾਂ ਨੇ ਦੇਖਿਆ ਦੋ ਰਿਸ਼ਤੇ ਇਕੱਠੇ ਹੋਏ ਤੇ ਬੜੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਜ਼ਾਹਰ ਕੀਤੀਆਂ। ਮਹਾਰਾਜ ਜੀ ਦੀ ਜੈ ਜੈਕਾਰ ਹੋਈ ਤੇ ਸੰਗਤਾਂ ਨੇ ਆਖਿਆ ਵੀ ਇੱਕ ਰਿਸ਼ਤਾ ਨਾ ਕੀਤੀ ਹੈ, ਦੋ ਇਕੱਠੇ ਹੋ ਗਏ। ਭਾਈ ਨਾਰਾਇਣ ਦਾਸ ਜੀ ਨੇ ਆਪਣੀ ਸੁਪੁੱਤਰੀ ਦਾ ਰਿਸ਼ਤਾ ਮਹਾਰਾਜ ਜੀ ਨੂੰ ਭੇਟ ਕੀਤਾ ਤੇ ਭਾਈ ਹਰੀ ਚੰਦ ਜੀ ਨੇ ਆਪਣਾ ਰਿਸ਼ਤਾ ਆਪਣੀ ਬੱਚੀ ਦਾ ਭੇਟ ਕੀਤਾ। ਵਾਹਿਗੁਰੂ। ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ, ਜਿਵੇਂ ਸੁੱਕਦੇ ਹੋਏ ਖੂਬਸੂਰਤ ਬਗੀਚੇ ਨੂੰ ਪਾਣੀ ਮਿਲ ਗਿਆ ਹੋਵੇ, ਜਿਵੇਂ ਬੁਝਦੇ ਹੋਏ ਚਿਰਾਗ ਨੂੰ ਤੇਲ ਮਿਲਿਆ ਹੋਵੇ ਔਰ ਜਿਵੇਂ ਡੁੱਬਦੇ ਹੋਏ ਨੂੰ ਬੇੜੀ ਮਿਲ ਜਾਏ। ਬੂढ़त को जैसे बेड़ी मिलत बुझत दीपक मिलत तिलत। पर दो चेहरे महाराज जी ने देखे भीड़ विच संगतां विच। वो दो चेहरे एक ब्राह्मण दा सी, एक नाई दा सी, जो रिश्ता लैके विचोले बन के आए सन। उन्हां दे चेहरे लटके हुए सन ते मस्तक ते चिंतावां दे रेखावां दे जाल नज़र आ रहे सन। महाराज जी ने उन्हां दोहां नूं कोल बुलाया ते मन विच सोचिया भी ये अनुचित है, चंगा नहीं। सारे पासे खुशियां बरस रहीआं ने, इन्हां दोहां दे चेहरे बेसूरत होए हुए हैं। इन्हां दे नेत्रां विच गहरी चिंता झलकारे मार रही है। ये महाराज गुरु अर्जन देव जी की दृष्टि है।
ਨਹੀਂ ਤੇ ਕਈ ਦਫਾ ਮਨੁੱਖ ਖੁਦ ਦੂਜਿਆਂ ਨੂੰ ਗਮੀਆਂ ਦੇ ਕੇ, ਚਿੰਤਾਵਾਂ ਦੇ ਕੇ ਵੀ ਐਸਾ ਮਹਿਸੂਸ ਨਹੀਂ ਕਰਦਾ ਕਿ ਕੁਝ ਗਲਤ ਹੋ ਰਿਹਾ, ਕੁਝ ਅਨੁਚਿਤ ਹੋ ਰਿਹਾ। ਪਰ ਮਹਾਰਾਜ ਜੀ ਦੀ ਦ੍ਰਿਸ਼ਟੀ ਹੈ, ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨੇ, ਜੈ ਜੈਕਾਰ ਹੈ। ਪਰ ਦੋ ਚਿਹਰੇ ਗਮਗੀਨ ਨੇ, ਮਹਾਰਾਜ ਨੇ ਪਛਾਣ ਲਏ। ਕਿਉਂਕਿ ਮਹਾਰਾਜ ਕਿਸੇ ਨੂੰ ਗਮਗੀਨ ਦੇਖਣਾ ਹੀ ਨਹੀਂ ਚਾਹੁੰਦੇ। ਉਹ ਖੁਸ਼ਗਵਾਰ ਤੇ ਆਨੰਦ ਨਾਲ ਝੋਲੀਆਂ ਭਰ ਕੇ ਹੀ ਪ੍ਰਸੰਨ ਹੁੰਦੇ ਨੇ। ਇਸ ਤਰ੍ਹਾਂ ਸਾਹਿਬ ਜੀ ਨੇ ਦੇਖਿਆ, ਲਖ ਅਨੁਚਿਤ ਗੁਰ ਹਿਰਦੇ ਵਿਚਾਰਾ, ਤਿੰਨ ਦੋਇਨ ਕੋ ਨਿਕਟ ਹਕਾਰਾ। ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਹੋਵੇ ਤੇ ਇੱਥੇ ਆ ਕੇ ਕੋਈ ਚਿਹਰਾ ਲਟਕਾ ਕੇ ਬੈਠੇ, ਗਮੀਆਂ ਨਾਲ ਭਰਿਆ ਬੈਠੇ, ਇਹ ਚੰਗਾ ਨਹੀਂ ਹੈ। ਤੇ ਉਹਨਾਂ ਦੋਹਾਂ ਨੂੰ ਆਪਣੇ ਕੋਲ ਇਸ਼ਾਰਤ ਕੀਤੀ, ਆਖਿਆ ਗੱਲ ਸੁਣੋ, ਲਾਗੇ ਆਓ। ਜੋ ਮਹਾਰਾਜ ਜੀ ਨੇ ਅੰਮ੍ਰਿਤ ਬੋਲ ਆਖੇ ਨੇ, ਇਹਨਾਂ ਸਾਰੇ ਵਾਰਤਾਲਾਪ ਨੂੰ ਪ੍ਰੇਮ ਸਹਿਤ ਸਰਵਣ ਕਰੀਏ। ਪੇਸ਼ਤਰ ਇੱਕ ਵਾਰੀ ਆਖੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਭਾਵੇਂ ਇੱਥੇ ਸਾਹਿਬ ਜੀ ਦੇ ਦਰਬਾਰ ਵਿੱਚ ਜਾਂ ਆਪਣੇ ਪਰਿਵਾਰ 'ਚ ਬੈਠੇ ਹੋ, ਗੱਜ ਕੇ ਆਖੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਰਵਣ ਕਰੀਏ। ਹਾਂਜੀ। ਤਿੰਨ ਦੋਇਨ ਕੋ ਨਿਕਟ ਹਕਾਰਾ। ਉਹਨਾਂ ਦੋਹਾਂ ਨੂੰ ਮਹਾਰਾਜ ਜੀ ਨੇ ਆਪਣੇ ਨੇੜੇ ਬੁਲਾਇਆ, ਆਖਿਆ ਨੇੜੇ ਆ ਜਾਓ। ਸੰਸਾਰ ਦਾ ਇੱਕ ਹੋਰ ਸੁਭਾਅ ਹੈ, ਜਿੱਥੇ ਹਰ ਇੱਕ ਨੂੰ ਦੂਰ ਕਰਨਾ ਚਾਹੁੰਦਾ। ਇਹ ਪ੍ਰਕਿਰਤੀ ਵਿੱਚ ਹੈਗਾ ਹੈ। ਵੱਡੇ ਦਰਖਤ ਦੀ ਛਾਇਆ ਛੋਟੇ ਦਰਖਤਾਂ ਨੂੰ ਗਰੋ ਆਪਣੀ ਹੋਣ ਦਿੰਦੀ। ਧੁੱਪ ਨੇ ਤਾਂ ਮਾਰਨਾ ਹੀ ਹੁੰਦਾ, ਉਹਦੀ ਛਾਇਆ ਹੀ ਮਾਰ ਦਿੰਦੀ, ਨਹੀਂ ਪਨਪਣ ਦਿੰਦੀ। ਇਸ ਢੰਗ ਦੇ ਨਾਲ ਪੰਛੀਆਂ ਨੂੰ ਦੇਖੋ, ਦੂਜੇ ਪੰਛੀਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਦੇਖੋ, ਇੱਕ ਨੂੰ ਆਲਣੇ ਵਿੱਚੋਂ ਸੁੱਟ ਕੇ ਦੂਜਾ ਪ੍ਰਸੰਨ ਹੁੰਦਾ ਹੈ। ਸੱਪ ਬਾਰੇ ਤਾਂ ਇਹ ਹੈ ਕਿ ਉਹ ਛੋਟਿਆਂ ਛੋਟਿਆਂ ਸੱਪਾਂ ਨੂੰ ਖਾ ਹੀ ਜਾਂਦੇ। ਇਹ ਪ੍ਰਕਿਰਤੀ ਵਿੱਚ ਚੱਲਦਾ ਹੈ, ਵਨਸਪਤੀ ਜਗਤ ਵਿੱਚ ਚੱਲਦਾ ਹੈ, ਪਸ਼ੂ ਪੰਛੀਆਂ ਦੇ ਜਗਤ ਵਿੱਚ ਵੀ ਇਹ ਹੈ, ਸਾਗਰ ਦੇ ਜੀਵਨ ਵਿੱਚ ਵੀ ਇਹ ਹੈ। ਵੱਡੀਆਂ ਮੱਛੀਆਂ ਛੋਟੀਆਂ ਨੂੰ ਨਿਗਲ ਜਾਂਦੀਆਂ। ਰਾਜਨੀਤੀ ਵਿੱਚ ਵੀ ਇਹ ਹੈ, ਵੱਡੇ ਲੋਕ ਛੋਟੇ ਲੋਕਾਂ ਨੂੰ ਨਿਗਲ ਜਾਂਦੇ। ਵੱਡੀਆਂ ਕੌਮਾਂ ਛੋਟੀਆਂ ਕੌਮਾਂ ਨੂੰ ਮੁਕਾਉਣ ਦਾ ਯਤਨ ਕਰਦੀਆਂ, ਬਈ ਖਤਮ ਕਰ ਦੇਈਏ। ਹਾਂ, ਕਿਧਰੇ ਕਿਧਰੇ ਸਾਰਿਆਂ ਨੂੰ ਪਨਪਣ ਦਾ ਮੌਕਾ ਬਣਦਾ ਹੈ, ਪਰ ਸਤਿਗੁਰੂ ਜੀ ਦੇ ਘਰ ਵਿੱਚ ਹੈ ਕਿ ਜੇ ਸਾਰੇ ਖੁਸ਼ ਨੇ ਤੇ ਦੋ ਉਦਾਸ ਕਿਉਂ ਰਹਿਣ। ਇਹਨਾਂ ਨੂੰ ਵੀ ਖੁਸ਼ ਕਰਨਾ, ਇਹਨਾਂ ਨੂੰ ਵੀ ਪ੍ਰਸੰਨਤਾ ਦੇਣੀ ਹੈ। ਜਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਦੀ ਝੋਲੀ ਪ੍ਰਸੰਨਤਾ ਨਾਲ ਭਰਨੀ ਹੈ। ਮਹਾਰਾਜ ਜੀ ਨੇ ਕੋਲ ਬੁਲਾਇਆ, ਸਮੈ ਹਰਿ ਕੋ ਸਭ ਹਰਿ ਖਾਏ। ਸਾਹਿਬ ਕਹਿਣ ਲੱਗੇ, ਸ੍ਰੀ ਹਰਗੋਬਿੰਦ ਜੀ ਦੀਆਂ ਖੁਸ਼ੀਆਂ ਦਾ ਸਮਾਂ ਹੈ ਤੇ ਸਾਰੀਆਂ ਸੰਗਤਾਂ ਖੁਸ਼ ਹਨ, ਪ੍ਰਸੰਨ ਹਨ। ਸਭ ਨੇ ਆਪਣੇ ਹਿਰਦੇ ਦੀਆਂ ਝੋਲੀਆਂ ਨੂੰ ਆਨੰਦ ਨਾਲ ਭਰ ਲਿਆ ਹੈ। ਤੁਮ ਮਨ ਭੰਗ ਸਚਿੰਤ ਦਿਸਾਏ। ਪਰ ਤੁਹਾਡਾ ਮਨ ਜਿਹੜਾ ਉਹ ਹਿਰਦਾ ਦਿਲ ਟੁੱਟਿਆ ਹੋਇਆ ਤੇ ਬੜੇ ਚਿੰਤਾ ਸਹਿਤ ਤੁਸੀਂ ਨਜ਼ਰ ਆ ਰਹੇ ਹੋ। ਲੇਹੁ ਧਨ ਗਨ ਮਨ ਆਨੰਦ ਕਰੀਜੈ। ਮਹਾਰਾਜ ਕਹਿਣ ਲੱਗੇ, ਤੁਸੀਂ ਵੀ ਧਨ ਬੇਅੰਤ ਸਾਡੇ ਕੋਲੋਂ ਲੈ ਲਓ ਤੇ ਆਨੰਦ ਦਾ ਅਨੁਭਵ ਕਰੋ, ਪ੍ਰਸੰਨ ਹੋ ਜਾਓ।
ਜੋ ਆਖੋ ਅਸੀਂ ਤੁਹਾਨੂੰ ਵੀ ਦੇ ਦਿੰਦੇ ਹਾਂ। ਚੰਦੂ ਕੋ ਬਿਰਤਾਂਤ ਕਹਿ ਦੀਜੈ। ਤੇ ਬਾਕੀ ਦੀਵਾਨ ਚੰਦੂ ਮਲ ਨੂੰ ਇਹ ਸਾਡੇ ਹਾਲਾਤ, ਇਹ ਬਿਰਤਾਂਤ ਸਾਰਾ ਜਾ ਕੇ ਦੱਸ ਦੇਣਾ। ਜੋ ਸੰਜੋਗ ਵਿਧਾਤਾ ਜੋਰੰ। ਕਹਿ ਦੇਣਾ ਬਈ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਜਿਹੜਾ ਸੰਜੋਗ ਪਰਮਾਤਮਾ ਜੋੜ ਦਿੰਦਾ ਉਹੀ ਸੰਜੋਗ ਬਣਦਾ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਹਨ। ਜਪਜੀ ਸਾਹਿਬ ਚ ਆਪ ਪੜ੍ਹਦੇ ਹੋ, ਲੇਖਿਆ ਵੈ ਭਾਗ। ਸੰਜੋਗ ਹੈ ਕਿ ਵਿਜੋਗ ਹੈ, ਜੋ ਭਾਗ ਵਿੱਚ ਲਿਖਿਆ ਹੋਇਆ ਉਹ ਮਿਲ ਜਾਂਦਾ। ਇਸ ਲਈ ਜਿਹੜਾ ਸੰਜੋਗ ਪਰਮਾਤਮਾ ਨੇ ਜੋੜਿਆ ਹੈ ਸੋਈ ਹੋਏ ਨਾ ਕਿਸ ਕੋ ਜੋਰੰ। ਉਹੀ ਹੁੰਦਾ ਹੈ। ਦੀਵਾਨ ਚੰਦੂ ਨੂੰ ਜਾ ਕੇ ਦੱਸ ਦੇਣਾ, ਕਿਸੇ ਦਾ ਜ਼ੋਰ ਨਹੀਂ ਚੱਲਦਾ। ਤਿਜਨੇ ਕਹਿਓ ਜੋਗਤਾ ਨਹੀਂ। ਆਖਣ ਲੱਗਾ ਸੱਚੇ ਪਾਤਸ਼ਾਹ ਯੋਗਤਾ ਨਹੀਂ ਹੈਗੀ, ਨਾ ਸਾਡੇ ਕੋਲ ਧਨ ਲੈਣ ਦੀ, ਪਦਾਰਥ ਲੈਣ ਦੀ ਯੋਗਤਾ ਹੈ। ਅਸੀਂ ਲੱਖ ਤਰ੍ਹਾਂ ਨਾਲ ਯਤਨ ਕਰਕੇ ਉਸ ਨੂੰ ਫਿੱਕੇ ਬੋਲ ਬੋਲਣ ਤੋਂ ਰੋਕ ਨਹੀਂ ਸਕੇ। ਸਾਡੀ ਯੋਗਤਾ ਨਹੀਂ। ਦੂਸਰੀ ਹੈ ਸੱਚੇ ਪਾਤਸ਼ਾਹ ਤੁਹਾਡੇ ਘਰ ਨਾਲ ਉਹਦਾ ਨਾਤਾ ਜੁੜੇ, ਯੋਗਤਾ ਨਹੀਂ ਹੈਗੀ ਉਸ ਦੀ। ਉਸਨੇ ਬੋਲ ਹੰਕਾਰ ਦੇ ਆਖੇ, ਉਸਨੇ ਆਪਣੇ ਆਪ ਨੂੰ ਚੌਬਾਰਾ ਤੇ ਤੁਹਾਡੇ ਘਰ ਨੂੰ ਮੋਰੀ ਆਖਿਆ। ਸਾਨੂੰ ਤਾਂ ਇਸ ਗੱਲ ਦਾ ਦੁੱਖ ਹੈ, ਚਿੰਤਾ ਹੈ। ਲੱਗਦਾ ਇਹਨਾਂ ਨੇ ਇਹੀ ਕਿਹਾ ਹੋਵੇਗਾ ਵੀ ਅਸੀਂ ਐਸੇ ਮਨੁੱਖ ਦਾ ਰਿਸ਼ਤਾ ਲੈ ਕੇ ਤੁਹਾਡੇ ਘਰ ਆ, ਜਿੱਥੇ ਉਹ ਰਿਸ਼ਤਾ ਸਿਰੇ ਨਹੀਂ ਚੜ੍ਹ ਸਕਿਆ, ਮਾਣ ਸਨਮਾਨ ਦੇ ਬੋਲ ਨਹੀਂ ਆਖੇ ਜਾ ਸਕੇ ਤੇ ਅਪਮਾਨਜਨਕ ਸਾਰੀ ਖੇਡ ਬਣ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਅਸੀਂ ਰਿਸ਼ਤਾ ਕਰਨ ਵਿੱਚ ਸਫਲ ਹੁੰਦੇ ਤੇ ਸਾਡੀ ਝੋਲੀ ਇਸ ਯੋਗ ਹੋ ਜਾਂਦੀ, ਅਸੀਂ ਤੁਹਾਡਾ ਧਨ ਸਨਮਾਨ ਆਪਣੀ ਝੋਲੀ 'ਚ ਪਵਾ ਲੈਂਦੇ। ਸਾਡੇ ਵਿੱਚ ਕਿਸੇ ਪ੍ਰਕਾਰ ਦੀ ਯੋਗਤਾ ਨਹੀਂ ਹੈ ਕਿ ਅਸੀਂ ਕੋਈ ਧਨ ਪਦਾਰਥ ਆਪ ਜੀ ਕੋਲੋਂ ਲੈ ਸਕੀਏ। ਜੇ ਸਬੰਧ ਤੁਮ ਸੋ ਹੋਏ ਜਾਹੀ। ਜੇ ਆਪ ਜੀ ਨਾਲ ਸੰਬੰਧ ਬਣ ਜਾਂਦਾ, ਰਿਸ਼ਤਾ ਬਣ ਜਾਂਦਾ, ਅਸੀਂ ਬਣਾਉਣ ਵਿੱਚ ਸਫਲ ਹੋ ਜਾਂਦੇ। ਤੋ ਲੈਬੋ ਹਮਕੋ ਬਨ ਜਾਏ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਡਾ ਤੁਹਾਡੇ ਕੋਲੋਂ ਧਨ ਲੈਣਾ ਬਣ ਜਾਂਦਾ ਸੀ। ਮੈਂ ਅਰਜ਼ ਕਰਾਂ ਇਹ ਵੀ ਥੋੜਾ ਜਿਹਾ ਇਹਨਾਂ ਦਾ ਇੰਜ ਕਹਿ ਲਓ ਨਾ ਸਮਝੀ ਭਰਿਆ ਖਿਆਲ ਹੈ। ਜੇ ਗੁਰੂ ਦੇਵੇ ਤੇ ਫਿਰ ਯੋਗਤਾ ਥੋੜ੍ਹੀ ਦੇਖਦਾ। ਮਨੁੱਖ ਦੇਖਦਾ ਬਈ ਇਹ ਮੇਰਾ ਖੇਤ ਹੈ, ਮੈਂ ਇਸ ਵਿੱਚ ਪਾਣੀ ਲਾਉਣਾ, ਇਹ ਫਸਲ ਨੂੰ ਮੈਂ ਸਿੰਜਣਾ ਹੈ, ਕਿਆਰੇ ਮੈਂ ਬਣਾਉਣੇ ਨੇ, ਵੱਟਾਂ ਮੈਂ ਪਾਉਣੀਆਂ ਨੇ, ਔਰ ਨੱਕੇ ਮੈਂ ਮੋੜਨੇ ਨੇ ਤੇ ਭਰਨਾ ਹੈ। ਪਰ ਦੂਜੇ ਦਾ ਖੇਤ ਦੂਜਾ ਕਿਸਾਨ ਥੋੜ੍ਹੀ ਭਰਦਾ। ਫਿਰ ਯਤਨ ਕਰਨ ਦੇ ਬਾਵਜੂਦ ਕੁਝ ਉੱਚੀਆਂ ਜਗ੍ਹਾ ਪਾਣੀ ਤੋਂ ਬਿਨਾਂ ਰਹਿ ਜਾਂਦੀ। ਕੋਈ ਪਦਾਰਥ ਕਿਸੇ ਭਾਂਡੇ 'ਚ ਪਾਉਣਾ, ਬੰਦਾ ਸਾਫ਼ ਦੇਖਦਾ ਹੈ ਬਈ ਇਹ ਭਾਂਡਾ ਸਾਫ਼ ਵੀ ਹੈ ਕਿ ਨਹੀਂ। ਪਰ ਜਦੋਂ ਪਰਮਾਤਮਾ ਬਰਸਦਾ ਹੈ ਨਾ, ਸਾਵਣ ਦੀ ਝੜੀ ਲਾਉਂਦਾ, ਫਿਰ ਉੱਚਿਆਂ ਨੀਵਿਆਂ ਥਾਵਾਂ 'ਤੇ ਬਰਾਬਰ ਦਾ ਬਰਸ ਜਾਂਦਾ। ਫਿਰ ਮੈਲੇ ਬਰਤਨ ਵੀ ਭਰ ਦਿੰਦਾ। ਕਈ ਦਫਾ ਉਹ ਬਰਤਨ ਜੋ ਬਰਤਨ ਵੀ ਨਹੀਂ ਹੁੰਦੇ, ਸਿਰਫ ਕਿਸੇ ਟੁੱਟੇ ਹੋਏ ਮਟਕੇ ਦਾ ਬਿਬਰਾ ਹੁੰਦੇ ਨੇ, ਅੱਧਾ ਪਚੱਧਾ ਹਿੱਸਾ ਹੁੰਦੇ, ਉਹਨਾਂ ਨੂੰ ਵੀ ਭਰ ਦਿੰਦਾ। ਉਹਨਾਂ ਨੂੰ ਨਹੀਂ ਪਤਾ ਬਈ ਇਹ ਘਰ ਯੋਗਤਾਵਾਂ ਦੇਖ ਕੇ ਨਹੀਂ ਦਿੰਦਾ, ਦਇਆ ਕਰ ਦਿੰਦਾ ਤੇ ਚਰਨਾਂ ਤੇ ਸੇਰੀ ਰੱਖ ਦਿੰਦੇ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਯੋਗਤਾ ਬਣਾ ਦਿਓ। ਤੇ ਮਹਾਰਾਜ ਨੇ ਨਿਹਾਲ ਨਿਹਾਲ ਕਰ ਦੇਣਾ ਸੀ। ਪਰ ਇਹਨਾਂ ਨੂੰ ਵੀ ਆਪਣੀ ਪੰਡਿਤਾਈ ਤੇ ਦਾਨਾਈ ਦਾ ਮਾਣ ਬਣਿਆ।
ਇਸ ਕਰਕੇ ਕਹਿਣ ਲੱਗੇ ਹੁਣ ਯੋਗ ਨਹੀਂ ਅਸੀਂ ਤੁਹਾਡੇ ਕੋਲੋਂ ਕੁਝ ਲਈਏ। ਤੋ ਲੈਬ ਹਮਕੋ ਬਨ ਜਾਏ। ਜੇ ਸਾਡਾ ਰਿਸ਼ਤਾ ਜੁੜਦਾ ਤੇ ਤਾਂ ਅਸੀਂ ਤੁਹਾਡੇ ਕੋਲੋਂ ਲੈ ਸਕਦੇ ਸੀ। ਇਮ ਨਹਲੇ ਦੇਹੋ ਸਮੁਦਾਏ। ਮਹਾਰਾਜ ਤੁਸੀਂ ਸਭ ਨੂੰ ਦੇਵੋ ਪਰ ਅਸੀਂ ਨਹੀਂ ਲੈਣਾ। ਸਾਡਾ ਰਿਸ਼ਤਾ ਹੁੰਦਾ ਤਾਂ ਅਸੀਂ ਲੈਂਦੇ ਹਾਂ। ਇਸ ਬਿਦ ਜਥਾ ਜੋਗ ਸਭ ਕੀਨ। ਇਸ ਤਰ੍ਹਾਂ ਯਥਾ ਯੋਗ ਸਾਰਾ ਕੁਝ ਕੀਤਾ ਗਿਆ। ਸ੍ਰੀ ਅਰਜਨ ਸਤਿਗੁਰੂ ਪ੍ਰਵੀਨ। ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਹਰ ਤਰ੍ਹਾਂ ਨਾਲ ਪ੍ਰਵੀਨਤਾ ਰੱਖਦੇ ਨੇ। ਹਰ ਪੱਖੋਂ ਆਪ ਪ੍ਰਵੀਨ ਹਨ, ਪੂਰੇ ਹਨ ਔਰ ਅਗਮਤਾ ਦੀ ਖੇਡ ਵਰਤ ਰਹੀ ਹੈ। ਸੁਤ ਕੋ ਆਇਸ ਉਠ ਬੇਦਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਸੁੰਦਰ ਸ੍ਰੀ ਹਰਗੋਬਿੰਦ ਚੰਦ ਜੀ ਨੂੰ ਇਸ਼ਾਰਾ ਕੀਤਾ, ਆਗਿਆ ਕਹੀ ਕੀਤੀ, ਆਖਿਆ ਜਾਓ ਹੁਣ ਤੁਸੀਂ ਘਰ ਆਪਣੇ ਮਾਤਾ ਜੀ ਦੇ ਨਾਲ ਬੈਠੋ। ਸਭਾ ਸਰਬ ਨਿਜ ਨਿਜ ਥਲ ਗਈ। ਤੇ ਸਾਰੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਪਾਰ ਬ੍ਰਹਮ ਪਰਮੇਸ਼ਰ ਦਾ ਸ਼ੁਕਰਾਨਾ ਹੋਇਆ, ਕੜਾ ਪ੍ਰਸਾਦ ਦੀਆਂ ਦੇਗਾਂ ਵਰਤੀਆਂ ਤੇ ਸਾਰੀ ਸੰਗਤ ਸਾਰੇ ਸਭਾ ਆਪਣੇ ਆਪਣੇ ਟਿਕਾਣਿਆਂ ਤੇ ਜਿੱਥੇ ਜਿੱਥੇ ਠਹਿਰੇ ਸਨ ਉੱਥੇ ਉੱਥੇ ਚਲੇ ਗਏ। ਦੋਹਰਾ ਸ੍ਰੀ ਹਰਗੋਬਿੰਦ ਚੰਦ ਤਬ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਬਦਨ ਪ੍ਰਫੁੱਲਿਆ ਬਿਲੰਦ। ਉਹਨਾਂ ਦੇ ਚਿਹਰੇ ਤੇ ਬੜੀ ਵੱਡੀ ਪ੍ਰਸੰਨਤਾ ਬਣੀ ਹੋਈ। ਉਹ ਪ੍ਰਸੰਨਤਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ, ਉਹ ਪ੍ਰਸੰਨਤਾ ਗੁਰੂ ਅਰਜਨ ਦੇਵ ਜੀ ਦੇ ਵਰਤਦੇ ਹੋਏ ਕੌਤਕਾਂ ਦੀ ਦੇਖ ਕੇ ਵਿਸਮਾਦਤਾ, ਔਰ ਉਹਨਾਂ ਨੂੰ ਦੇਖ ਕੇ ਸਭ ਸੰਗਤਾਂ ਪ੍ਰਸੰਨ ਹੋ ਰਹੀਆਂ ਹਨ। ਰੁਖ ਲਖ ਪਿਤ ਸਤ ਗੁਰੂ ਕੋ ਉਠੇ ਸੋ ਦੇਤ ਆਨੰਦ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰੁਖ ਦੇਖ ਕੇ, ਉਹਨਾਂ ਦੀ ਆਗਿਆ ਸਮਝ ਕੇ, ਅਰਦਾਸ ਤੋਂ ਬਾਅਦ ਆਗਿਆ ਲੈ ਕੇ ਤੇ ਆਪਣੇ ਨਿਵਾਸ ਸਥਾਨ ਵੱਲ ਆਏ ਹਨ। ਤੋਟਕ ਛੰਦ ਜਨਨੀ ਗਨ ਤ੍ਰਿਆਣ ਵਿੱਚ ਹੂਤੀ। ਧੰਨ ਧੰਨ ਮਾਤ ਗੰਗਾ ਸਾਹਿਬਾ ਧੰਨ ਜਨਨੀ ਜਿਨ ਜਾਇਆ। ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਨਿਕਟਵਰਤੀ ਸਖੀਆਂ ਸਹੇਲੀਆਂ ਕਹਿ ਲਓ, ਸੰਗਤ ਰੂਪ ਵਿੱਚ ਕਹਿ ਲਓ, ਜੋ ਅਸੀਸਾਂ ਲੈਂਦੀਆਂ ਸਨ ਰੋਜ਼, ਉਹ ਵੀ ਸੇਵਾ ਦੇ ਖਿਆਲ ਨਾਲ ਉਹਨਾਂ ਦੇ ਨਾਲ ਹਨ। ਜਿਸ ਭਾਲ ਜਗੀ ਬੜ ਭਾਗਰਤੀ। ਇਸ ਤਰ੍ਹਾਂ ਕਹੋ ਵੀ ਸਾਰੀਆਂ ਕਹਿੰਦੀਆਂ ਨੇ ਮਾਤਾ ਗੰਗਾ ਜੀ ਤੁਹਾਡੇ ਮਸਤਕ ਦੇ ਭਾਗ ਜਗੇ ਔਰ ਭਾਗ ਦਾ ਚਾਨਣ ਹੋਇਆ, ਭਾਗ ਦਾ ਪ੍ਰਕਾਸ਼ ਹੋਇਆ, ਭਾਗਾਂ ਦੀ ਮਣੀ ਚਮਕੀ ਹੈ। ਹਿਤ ਬੰਧਨ ਕੇ ਤਿਸ ਥਾਨ ਚਲੇ। ਔਰ ਇਸ ਤਰ੍ਹਾਂ ਦੇ ਨਾਲ ਹਿਤ ਬੰਧਨ ਕੇ ਤਿਸ ਥਾਨ ਚਲੇ, ਉਸ ਥਾਂ ਚੱਲ ਜਾ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਖਤੇ ਜਿਗਰ ਫਰਜ਼ੰਦੇ ਅੰਜੁਮਨ ਨੂਰੇ ਚਸ਼ਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਜੀ ਵੱਲ ਹੋਰ ਧਾਰ ਆਨੰਦ ਬਿਲੰਦ ਪਲੇ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਆਨੰਦ ਸਾਰਿਆਂ ਦੇ ਹਿਰਦੇ ਵਿੱਚ ਬਣਿਆ ਹੋਇਆ। ਸਾਹਿਬ ਜੀ ਤੇ ਸਦਾ ਹੀ ਆਨੰਦਿਤ ਹਨ। ਪਦ ਮੰਦ ਹੈ ਮੰਦ ਤਰੇ ਤਰਨੀ। ਤੇ ਬਹੁਤ ਸੋਹਣੀ ਆਰਾਮ ਨਾਲ ਆਹਿਸਤਾ ਆਹਿਸਤਾ ਚਾਲ ਚੱਲਦਿਆਂ ਹੋਇਆਂ, ਭਾਵ ਕੋਈ ਕਾਹਲੀ ਨਹੀਂ ਹੈ, ਬਹੁਤ ਪ੍ਰਸੰਨਤਾ ਦੇ ਵਿੱਚ ਆ ਕੇ ਹੌਲੀ ਹੌਲੀ ਕਦਮ ਪੁੱਟ ਰਹੇ ਹਨ। ਬੜ ਲੋਚਣ ਤੇ ਕੁਟਲੇ ਬਰਨੀ। ਔਰ ਇਸ ਢੰਗ ਦੇ ਨਾਲ ਬੜ ਲੋਚਨ ਤੇ ਕੁਟਲੇ ਬਰਨੀ, ਬਹੁਤ ਸੋਹਣੇ ਮੋਟੇ ਮੋਟੇ ਮਹਾਰਾਜ ਜੀ ਦੇ ਨੇਤਰ ਹਨ ਜੋ ਸੁਭਾਏਮਾਨ ਹਨ। ਔਰ ਅੱਖਾਂ ਦੀਆਂ ਜਿਹੜੀਆਂ ਆਈਬ੍ਰੋਜ਼ ਨੇ, ਝਿਮਣੀਆਂ ਨੇ, ਇਹ ਵੀ ਐ ਜਿਵੇਂ ਬਹੁਤ ਸੋਹਣਾ ਧਨੁਸ਼ ਹੋਵੇ ਉਸ ਤਰ੍ਹਾਂ ਦੀਆਂ ਮਹਾਰਾਜ ਜੀ ਦੀਆਂ ਆਈਬ੍ਰੋਜ਼ ਜਿਹੜੀਆਂ ਨੇ, ਭਰਵੱਟੇ ਨੇ, ਇਹ ਸ਼ੋਭਾ ਪਾ ਰਹੇ ਹਨ। ਜੁਤ ਸੁੰਦਰਤਾ ਬਹੁ ਸੋਭ ਤਰੇ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਲਿਖ ਦਿੱਤਾ, ਜਤ ਸੁੰਦਰਤਾ ਬਹੁ ਸੋਭ ਤਰੇ।
ਮਹਾਰਾਜ ਜੀ ਦੇ ਅੱਖਾਂ ਦੇ ਭਰਵੱਟੇ ਚਿਮਣੀਆਂ ਆਦਿਕ ਬਹੁਤ ਸੁੰਦਰਤਾ ਸਹਿਤ ਸ਼ੋਭਾ ਪਾ ਰਹੇ ਹਨ। ਘਰ ਪੋਰ ਵਿਖੇ ਤਬ ਜਾਏ ਬਰੇ, ਔਰ ਇਸ ਤਰ੍ਹਾਂ ਦੇ ਨਾਲ ਘਰ ਦੇ ਦਰਵਾਜ਼ੇ ਵਿੱਚ ਜਾ ਖੜੇ ਹੋਏ ਹਨ। ਗਨ ਤ੍ਰਿਯਨ ਦੇਖ ਵਿਸੇਖ ਸੁਖੰ, ਸੰਤਨ ਮਾਤਾ ਗੰਗਾ ਜੀਆਂ ਦੇ ਨਾਲ ਆਉਂਦਿਆਂ ਨੂੰ ਦੇਖ ਕੇ ਜੋ ਘਰ ਵਿੱਚ ਹੋਰ ਮਾਤਾਵਾਂ ਹਨ, ਬੀਬੀਆਂ ਹਨ ਸੰਗਤ ਰੂਪ ਵਿੱਚ, ਉਹ ਸਭ ਵੀ ਬਹੁਤ ਪ੍ਰਸੰਨ ਹੋ ਰਹੀਆਂ ਹਨ। ਹਰ ਖਾਏ ਬਿਲੋਕਤ ਚਾਰ ਮੁਖੰ, ਤੇ ਸਾਹਿਬ ਜੀ ਦਾ ਸੋਹਣਾ ਮੁਖੜਾ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਭ ਪ੍ਰਸੰਨ ਹੋ ਰਹੀਆਂ ਹਨ। ਕਰ ਜੋਰ ਨਮੋ ਸਭ ਧਾਰਤ ਹੈ, ਔਰ ਇਸ ਤਰ੍ਹਾਂ ਦੇ ਨਾਲ ਕਰ ਜੋਰ ਨਮੋ ਸਭ ਧਾਰਤ ਹੈ। ਸਭ ਸੰਗਤਾਂ ਰੂਪ ਮਾਤਾਵਾਂ ਭੈਣਾਂ ਹੱਥ ਜੋੜ ਕੇ ਮਾਤ ਗੰਗਾ ਜੀ ਨੂੰ ਨਮਸਕਾਰ ਕਰ ਰਹੀਆਂ ਹਨ, ਸਾਹਿਬਜ਼ਾਦਾ ਜੀ ਨੂੰ ਨਮਸਕਾਰ ਕਰ ਰਹੀਆਂ ਹਨ ਔਰ ਵਧਾਈਆਂ ਦੇ ਰਹੇ ਹਨ। ਗੁਰ ਆਨੰਦ ਗੁਰੂ ਸੋ ਵਿਚਾਰਤ ਹੈ। ਔਰ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਦੇ ਨੰਦਨ ਹਨ, ਇਸ ਢੰਗ ਦੇ ਨਾਲ ਵਿਚਾਰ ਰਹੀਆਂ ਹਨ। ਸੁਤ ਗੰਗ ਉਮੰਗ ਹੈ ਸੰਗ ਪਿਖਿਓ, ਤੇ ਧੰਨ ਧੰਨ ਮਾਤਾ ਗੰਗਾ ਜੀ ਵੀ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀਆਂ ਨੂੰ ਦੇਖ ਕੇ ਬੜੇ ਉਤਸ਼ਾਹ ਉਮੰਗ ਵਿੱਚ ਹਨ। ਗੁਰ ਬੰਸ ਹੈ ਕੋ ਅਬ ਤੰਸ ਲਖਿਓ, ਔਰ ਮਨ ਵਿੱਚ ਸੋਚਦੇ ਨੇ ਗੁਰੂ ਵੰਸ਼ ਦੇ ਅਵਤਾਰ ਨੇ, ਭਾਵ ਇਹਨਾਂ ਨੇ ਅੱਗੋਂ ਸੇਵਾ ਜਾਮਾ ਰੂਪ ਧਾਰ ਕੇ ਪ੍ਰਗਟ ਹੋਣਾ ਹੈ। ਵਦ ਬੰਦਤ ਕੋ ਗਹਿ ਅੰਕ ਲਿਓ, ਔਰ ਇਸ ਤਰ੍ਹਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਨੇ ਆਪਣੀ ਗੋਦੀ ਵਿੱਚ ਲੈ ਲਿਆ, ਗਲ ਨਾਲ ਲਾ ਲਿਆ, ਅਤਿਅੰਤ ਪ੍ਰਸੰਨ ਹੋ ਰਹੇ ਹਨ। ਨਹਿ ਜਾਏ ਕਹਿਓ ਜੋ ਆਨੰਦ ਪਇਓ, ਤੇ ਭਾਈ ਸਾਹਿਬ ਕਹਿੰਦੇ ਨੇ ਭਾਵੇਂ ਕਰਤਾ ਪੁਰਖ ਨੇ ਮੇਰੀ ਕਲਮ ਨੂੰ ਕਰਾਮਾਤ ਦਿੱਤੀ ਹੋਈ, ਵਾਕਈ ਉਹਨਾਂ ਦੀ ਕਲਮ ਕਰਾਮਾਤੀ ਮਹਾਨ ਹੈ, ਬਖਸ਼ਿਸ਼ ਨਾਲ ਭਰੀ ਹੋਈ ਤੇ ਬੁੱਧੀ ਚਮਤਕਾਰਿਤ ਹੈ। ਉਦਾਹਰਣਾਂ ਐਗਜ਼ਾਮਪਲਸ ਉਹਨਾਂ ਦੀਆਂ ਦਾਸ ਦਾਸੀਆਂ ਵਾਂਗੂ ਚਰਨਾਂ ਵਿੱਚ ਆਪੇ ਹੀ ਆ ਜਾਂਦੇ, ਕੋਈ ਬਹੁਤਾ ਸੋਚਣਾ ਵਿਚਾਰਨਾ ਨਹੀਂ ਪੈਂਦਾ। ਨਹੀਂ ਤਾਂ ਕਈ ਵਾਰੀ ਕਵੀ ਕਵਿਤਾ ਲਿਖ ਕੇ ਹਾਰ ਜਾਂਦੇ ਨੇ, ਗੱਲ ਬਣਦੀ ਕੋਈ ਨਹੀਂ। ਉਦਾਹਰਣਾਂ ਦਾਸ ਦਾਸੀਆਂ ਦੀ ਤਰ੍ਹਾਂ ਉਹਨਾਂ ਦੀ ਕਲਮ ਦੀ ਨੋਕ ਤੇ ਆ ਜਾਂਦੀ, ਲਿਖਣ ਬੈਠਦੇ ਨੇ 4 ਲਾਈਨਾਂ ਪਰ ਲਿਖੀਆਂ ਜਾਂਦੀਆਂ ਨੇ 1000 ਲਾਈਨਾਂ। ਇਸ ਤਰ੍ਹਾਂ ਭਾਈ ਸਾਹਿਬ ਜੀ ਦੀ ਕਲਮ ਚੱਲਦੀ, ਇਸ ਤਰ੍ਹਾਂ ਤੀਕਸ਼ਣ ਬੁੱਧੀ ਚੱਲਦੀ, ਇਸ ਤਰ੍ਹਾਂ ਉਹਨਾਂ ਦੇ ਅੰਦਰ ਫਲੋ ਬਣਦਾ ਹੈ। ਪਰ ਭਾਈ ਸਾਹਿਬ ਇੱਥੇ ਆਪਣੀ ਮਜਬੂਰੀ ਜ਼ਾਹਰ ਕਰਦੇ, ਕਹਿੰਦੇ ਨੇ ਜਦ ਮਾਤ ਗੰਗਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦੀ ਵਿੱਚ ਲਿਆ, ਘੁੱਟ ਕੇ ਗਲ ਨਾਲ ਲਾਇਆ, ਕਲਮੀ ਕਗਲਗੀ ਚੁੰਮ ਲਈ, ਦਸਤਾਰ ਚੁੰਮ ਲਈ, ਮੱਥਾ ਚੁੰਮ ਲਿਆ, ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਦੋਵੇਂ ਬਾਹਾਂ ਉਛਾਲ ਕੇ ਮਾਤਾ ਗੰਗਾ ਜੀ ਦੇ ਗਲ ਵਿੱਚ ਪਾ ਦਿੱਤੀ, ਗਲ ਵਕੜੀ ਕਰ ਲਈ। ਤੇ ਉਸ ਵੇਲੇ ਫਿਰ ਜਿਹੜਾ ਆਨੰਦ ਬਣਿਆ, ਬੜੇ ਸੋਹਣੇ ਬੋਲ ਨੇ, ਨ ਜਾਏ ਕਹਿਓ ਜੋ ਆਨੰਦ ਪਇਓ। ਭਾਈ ਸਾਹਿਬ ਕਹਿੰਦੇ ਨੇ ਮੈਂ ਕੀ ਮੇਰੇ ਵਰਗੇ ਕਰੋੜਾਂ ਵੀ ਆ ਜਾਣ। ਤੇ ਉਸ ਵੇਲੇ ਜਦ 2 ਰਿਸ਼ਤਿਆਂ ਦਾ ਟਿੱਕਾ ਲੱਗਿਆ ਤੇ ਮਾਤਾ ਗੰਗਾ ਜੀ ਨੇ ਉਸ ਟਿੱਕਾ ਲੱਗਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਲ ਨਾਲ ਲਾਇਆ, ਕਲਗੀ ਚੁੰਮੀ, ਮਸਤਕ ਚੁੰਮਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਹੇ ਬਾਹਾਂ ਉਲਾਰ ਕੇ ਮਾਤਾ ਗੰਗਾ ਜੀ ਦੇ ਗਲ ਪਾ ਕੇ ਗਲ ਵਕੜੀ ਕੀਤੀ। ਉਸ ਵੇਲੇ ਇੱਕ ਸਾਗਰ ਨਹੀਂ, ਕਰੋੜਾਂ ਸਾਗਰ ਮਮਤਾ ਦੇ ਉਛਲ ਪਏ। ਉਸ ਵੇਲੇ ਜੋ ਆਨੰਦ ਬਣਿਆ, ਜੋ ਬਰਕਤ ਬਣੀ, ਦੇਖੋ ਤੁਸੀਂ ਜੈਕਾਰਾ ਬੁਲਾਇਆ ਤਾਂ ਹੈ, ਪਰ ਜੈਕਾਰਾ ਬੜਾ ਨਿੱਕਾ ਜਿਹਾ ਹੈ। ਐਨੀ ਵੱਡੀ ਖੁਸ਼ੀ ਹੋਵੇ ਤੇ ਜੈਕਾਰਾ ਇਸ ਤਰ੍ਹਾਂ ਹੋਵੇ ਜਿਵੇਂ ਖੁਸ਼ੀ ਹੋਈ ਨਹੀਂ ਹੈ।
ਤੁਸੀਂ ਫਿਕਰ ਨਾ ਕਰੋ, ਹੁਣ ਲੋਕਡਾਊਨ ਖੁੱਲਿਆ ਹੋਇਆ, ਗੱਜ ਕੇ ਜੈਕਾਰਾ ਇੱਕ ਵਾਰੀ ਸਾਰੇ ਬੁਲਾਓ। ਇਸ ਤਰ੍ਹਾਂ ਦੇ ਨਾਲ ਆਨੰਦ ਦਾ ਸਮਾਂ ਬਣਿਆ, ਤਾਂ ਹੀ ਇਸ ਸਮੇਂ ਨੂੰ ਆਨੰਦ ਕਾਰਜ ਆਖਿਆ ਜਾਂਦਾ। ਦੁਨੀਆ ਵਿੱਚ ਵੱਖ-ਵੱਖ ਨਾਮ ਨੇ, ਕੋਈ ਮੈਰਿਜ ਕਹਿ ਦਿੰਦਾ, ਮਤਲਬ ਮੈਰੀ ਦਾ ਵੀ ਖੁਸ਼ੀ ਹੁੰਦਾ, ਕੋਈ ਸ਼ਾਦੀ ਕਹਿ ਦਿੰਦਾ, ਅਰਬੀ ਫਾਰਸੀ ਵਿੱਚ ਸ਼ਾਦੀ ਦਾ ਮਤਲਬ ਵੀ ਖੁਸ਼ੀ ਹੁੰਦਾ, ਕੋਈ ਸਵਯੰਬਰ, ਵੱਖ-ਵੱਖ ਨਾਮ ਨੇ, ਕੋਈ ਵਿਵਾਹ। ਪਰ ਸਤਿਗੁਰੂ ਜੀ ਨੇ ਇਸ ਕਿਰਿਆ ਦਾ, ਇਸ ਮਰਿਆਦਾ ਦਾ ਜੋ ਨਾਮ ਦਿੱਤਾ ਹੈ, ਉਹ ਦੁਨੀਆ ਦੇ ਇਤਿਹਾਸ ਵਿੱਚ ਵਿਆਹ ਦਾ, ਸ਼ਾਦੀ ਦਾ, ਮੈਰਿਜ ਦਾ ਨਾਮ ਨਹੀਂ ਮਿਲਦਾ। ਉਹ ਨਾਮ ਸਿਖਰ ਦਾ ਹੈ, ਔਰ ਉਹ ਨਾਮ ਆਨੰਦ ਕਾਰਜ ਹੈ, ਜਿਸ ਨਾਲ ਆਨੰਦ ਬਣ ਜਾਂਦਾ, ਜਿਸ ਨਾਲ ਰੋਮ ਰੋਮ ਰੋਮਾਂਚਿਤ ਹੋ ਜਾਂਦਾ, ਰੋਮ ਰੋਮ ਚੋਂ ਸੈਂਕੜੇ ਸੋਮੇ ਆਨੰਦ ਦੇ ਵਹਿ ਤੁਰਦੇ ਨੇ। ਤੇ ਮਹਾਰਾਜ ਜੀ ਦੇ ਇਸ ਆਨੰਦ ਕਾਰਜ ਤੋਂ ਪਹਿਲੇ ਜੋ ਸਗਨ ਹੋਏ, ਰਸਮਾਂ ਹੋਈਆਂ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਹਿਓ ਨਹਿ ਜਾਤ ਕਹਿਓ ਜੋ ਆਨੰਦ ਭਇਓ। ਮੈਂ ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਲਿਖ ਨਹੀਂ ਸਕਦਾ ਕਿ ਕਿਤਨਾ ਆਨੰਦ ਬਰਸਿਆ ਹੋਵੇਗਾ। ਮੁਖ ਸੂੰਗਤ ਤਾਰੇ ਦੁਲਾਰ ਕਨੋ। ਤੇ ਮਹਾਰਾਜ ਜੀ ਦਾ ਮੁਖੜਾ ਚੁੰਮ ਰਹੇ ਨੇ ਮਾਤ ਗੰਗਾ ਜੀ ਆਪਣੇ ਸਾਹਿਬਜ਼ਾਦੇ ਜੀ ਦਾ, ਤੇ ਬੜਾ ਦੁਲਾਰ ਲਾਡ ਬਰਸਾ ਰਹੇ ਹਨ। ਕਿਸ ਰੰਗ ਲਹੀ ਨਿਤ ਬ੍ਰਿੰਦ ਮਨੋ। ਔਰ ਇਸ ਤਰ੍ਹਾਂ ਲੱਗਦਾ ਹੈ, ਇਸ ਤਰ੍ਹਾਂ ਪ੍ਰਸੰਨਤਾ ਚਾਰੋਂ ਪਾਸੇ ਬਿਖਰ ਰਹੀ ਹੈ ਕਿ ਜਿਵੇਂ ਕਿਸੇ ਜਨਮਾਂ ਜਨਮਾਂ ਦੇ ਕੰਗਾਲ ਨੂੰ ਬਹੁਤ ਵੱਡਾ ਕਰੋੜਾਂ ਕੁਬੇਰਾਂ ਦਾ ਖਜ਼ਾਨਾ ਮਿਲ ਗਿਆ ਹੋਵੇ। ਸੁਤ ਜੀਵ ਹੋ ਪੁੰਜ ਬਿਗਨ ਹਨੋ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਨੇ, ਮੇਰੇ ਪੁੱਤਰ ਮੇਰੇ ਲਾਲ ਜੀ ਜਿਉਂਦੇ ਰਹੋ, ਤੇ ਪੁੰਜ ਬਿਗਨ ਜਿਹੜੇ ਨੇ ਉਹਨਾਂ ਦਾ ਨਾਸ਼ ਹੋ ਜਾਏ, ਬਿਗਨ ਨਾ ਕੋਈ ਲੱਗੇ, ਤੇ ਸਾਰੇ ਜਗਤ ਦੇ ਵੀ ਬਿਗਨਾਂ ਦਾ ਨਾਸ਼ ਕਰੋ। ਇੱਥੇ ਇੱਕ ਗੱਲ ਹੋਰ ਵੀ ਸਾਧ ਸੰਗਤ ਸਾਹਮਣੇ ਆ ਜਾਂਦੀ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਜਦਾ ਕਰਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੁਰਬ 'ਚ ਸ਼ਾਮਲ ਹੁੰਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਰਕਤਾਂ ਨੂੰ ਯਾਦ ਕਰਦਾ, ਤੇ ਮਾਤਾ ਜੀ ਨੇ ਸਿਫਾਰਿਸ਼ ਕੀਤੀ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਨੰਦ ਕਾਰਜ ਤੋਂ ਪਹਿਲਾਂ ਸਗਨ ਦੇ ਸਮੇਂ ਮਾਤਾ ਜੀ ਨੇ ਸਿਫਾਰਿਸ਼ ਕੀਤੀ ਹੋਈ ਹੈ ਕਿ ਹੇ ਲਾਲ ਜੀ, ਸੁਤ ਜੀਵ ਹੋ ਪੁੰਜ ਬਿਘਨ ਹਨੋ। ਤੇ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਵਿਘਨਾਂ ਦਾ ਨਾਸ਼ ਕਰ ਦਿਓ। ਤੇ ਫਿਰ ਮੈਂ ਅਰਜ਼ ਕਰਾਂ, ਕਿਸੇ ਦੂਜੇ ਮਿੱਤਰ ਦੀ ਸਿਫਾਰਿਸ਼ ਵੀ ਕੋਈ ਮੰਨ ਲੈਂਦਾ, ਕਿਸੇ ਅਫਸਰ ਦੀ ਸਿਫਾਰਿਸ਼ ਵੀ ਕੋਈ ਮੰਨ ਲੈਂਦਾ, ਤੇ ਜੇ ਮਾਂ ਸਿਫਾਰਿਸ਼ ਕਰੇ ਤੇ ਕੌਣ ਨਹੀਂ ਮੰਨੇਗਾ। ਮਾਂ ਜਿਸ ਗੱਲ ਦੀ ਰეკਮੈਂਡ ਕਰੇ ਵੀ ਫਲਾਣੇ ਨੂੰ ਬਖਸ਼ ਦੇਣਾ, ਤੇ ਹੋ ਸਕਦਾ ਕੋਈ ਆਮ ਬੰਦਾ ਮਾਂ ਨੂੰ ਕਹਿ ਵੀ ਦੇਵੇ ਕਿ ਮਾਂ ਤੇਰੇ ਪਿਆਰ ਤੋਂ ਸਦਕੇ, ਤੇਰੇ ਦੁਲਾਰ ਤੋਂ ਸਦਕੇ, ਤੇਰੇ ਮਮਤਾ ਮਈ ਵਿਵਹਾਰ ਤੋਂ ਸਦਕੇ, ਪਰ ਜਿਸ ਦੀ ਸਿਫਾਰਿਸ਼ ਤੂੰ ਕਰ ਰਹੀ ਹੈ ਉਹ ਬੰਦਾ ਬਖਸ਼ਣ ਵਾਲਾ ਨਹੀਂ ਹੈਗਾ। ਪਰ ਧੰਨ ਧੰਨ ਮਾਤਾ ਗੰਗਾ ਜੀ ਦੀ ਸਿਫਾਰਿਸ਼ ਗੁਰੂ ਹਰਗੋਬਿੰਦ ਸਾਹਿਬ ਮੋੜ ਦੇਵਣ, ਇਹ ਹੋ ਹੀ ਨਹੀਂ ਸਕਦਾ। ਜਿਤਨੀਆਂ ਬਰਕਤਾਂ ਚਾਹੀਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਮੰਗ ਲਵੋ, ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਾਤਾ ਜੀਆਂ ਨੇ ਸਿਫਾਰਿਸ਼ ਕਰ ਦਿੱਤੀ ਕਿ ਪੁੰਜ ਬਿਘਨ ਹਨੋ, ਸੁਤ ਜੀਵ ਹੋ ਪੁੰਜ ਬਿਘਨ ਹਨੋ। ਸਦਾ ਹੀ ਜਿਉਂਦੇ ਰਹੋ ਤੇ ਮਹਾਨ ਵੱਡੇ ਵਿਘਨਾਂ ਦਾ ਨਾਸ਼ ਕਰਦੇ। ਤੇ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਉਂਦੇ ਹੀ ਤੇ ਪਏ, ਸਦਾ ਸਦਾ ਮੌਜੂਦ ਨੇ। ਉਹ ਦੋਵੇਂ ਸਿਫਾਰਿਸ਼ਾਂ ਹੀ ਮੰਨ ਲਈਆਂ ਨੇ, ਸਦਾ ਸਦਾ ਲਈ ਮੌਜੂਦ ਵੀ ਨੇ,
ਤੇ ਸਦਾ ਸਦਾ ਲਈ ਵੱਡਿਆਂ ਵੱਡਿਆਂ ਵਿਘਨਾਂ ਦਾ ਨਾਸ਼ ਵੀ ਕਰ ਦੇ। ਉਮੀਦ ਕਰਦਾ ਇਹ ਰਾਜ ਦੀ ਗੱਲ ਸਮਝ ਆ ਗਈ ਹੋਵੇਗੀ। ਸਿੱਖ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਬਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਜਦਾ ਕਰਨ ਦੀ ਲੋੜ ਹੈ ਤੇ ਸਾਰੇ ਵਿਘਨਾਂ ਦਾ ਨਾਸ਼ ਮਹਾਰਾਜ ਕਰ ਦੇਣਗੇ। ਇਮ ਆਸਿਕ ਦੇ ਤੇ ਸੋ ਪ੍ਰੀਤ ਸਨੋ। ਇਸ ਤਰ੍ਹਾਂ ਬਹੁਤ ਅਸੀਸਾਂ ਸ੍ਰੀ ਮਾਤ ਜੀ ਪ੍ਰੇਮ ਨਾਲ ਭਰੀਆਂ ਹੋਈਆਂ, ਪ੍ਰੇਮ ਲਬਰੇਜ ਅਸੀਸਾਂ, ਪ੍ਰੀਤ ਲਬਰੇਜ ਅਸੀਸਾਂ ਪ੍ਰਦਾਨ ਕਰ ਰਹੇ ਹਨ। ਨਿਜ ਅੰਕ ਬਿਠਾਏ ਸੁਨੰਦਨ ਕੋ। ਇਸ ਤਰ੍ਹਾਂ ਦੇ ਨਾਲ ਆਪਣੀ ਗੋਦ ਵਿੱਚ ਬਿਠਾਇਆ ਮਾਤਾ ਜੀਆਂ ਨੇ ਆਪਣੇ ਸਾਹਿਬਜ਼ਾਦਾ ਜੀ ਨੂੰ। ਸਭ ਨਾਰ ਭਿਖਿਓ ਜਗ ਬੰਦਨ ਕੋ। ਤੇ ਸਾਰੀਆਂ ਤਮਾਮ ਮਾਤਾਵਾਂ ਜਿਹੜੀਆਂ ਹੋਰ ਵੀ ਖੜੀਆਂ ਸਨ, ਉਹਨਾਂ ਸਾਰਾ ਜਗਤ ਜਿਨ੍ਹਾਂ ਨੂੰ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ, ਦ੍ਰਿਸ਼ ਅਦ੍ਰਿਸ਼ ਸ਼ਕਤੀਆਂ ਜਿਨ੍ਹਾਂ ਦੇ ਚਰਨਾਂ ਤੇ ਝੁਕਦੀਆਂ, ਹਰ ਰੋਜ਼ ਨਤਮਸਤਕ ਹੁੰਦੀਆਂ ਨੇ। ਤੁਸੀਂ ਕਦੀ ਵੀ ਅੰਮ੍ਰਿਤ ਵੇਲੇ ਆ ਕੇ ਦੇਖ ਲਓ, ਜਦੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕਿਵਾੜ ਖੁੱਲ੍ਹਦੇ ਨੇ, ਉਸ ਵੇਲੇ ਦਰਗਾਹ ਤੋਂ ਨਗਾਰੇ ਦੀ ਆਵਾਜ਼ ਆ ਰਹੀ ਹੁੰਦੀ। ਰੱਬੀ ਨਗਾਰਾ ਇਸ ਨਗਾਰੇ ਰਾਹੀਂ ਪ੍ਰਗਟ ਹੋ ਰਿਹਾ ਹੁੰਦਾ ਹੈ ਤੇ ਉਸ ਵੇਲੇ ਕੁੱਲ ਦੇਵੀ ਆਤਮਾਵਾਂ 33 ਕਰੋੜ ਦੀ ਗਿਣਤੀ ਥੱਲੇ ਰਹਿ ਜਾਏਗੀ। ਅਨੰਤ ਅਰਬਾਂ ਖਰਬਾਂ ਦੇਵੀ ਸ਼ਕਤੀਆਂ ਇੱਥੇ ਆ ਕੇ ਬੰਦਨਾ ਕਰ ਰਹੀਆਂ ਹੁੰਦੀਆਂ, ਨਤਮਸਤਕ ਹੋ ਰਹੀਆਂ ਹੁੰਦੀਆਂ ਨੇ, ਕਿਉਂਕਿ ਉਹ ਜਗਤ ਬੰਧਨ ਕਰਨ ਦੇ, ਜਗਤ ਉਹਨਾਂ ਨੂੰ ਬੰਦਨਾ ਕਰੇ, ਉਹਨਾਂ ਦੇ ਚਰਨ ਇਸ ਕਾਬਲੀਅਤ ਨੂੰ ਰੱਖਦੇ ਹਨ। ਉਹ ਆਸਿਕ ਦੇਤ ਵਧਾਇਨ ਕੋ। ਔਰ ਕੁਝ ਇਸ ਤਰ੍ਹਾਂ ਬਾਲਕ ਸਮਝ ਕੇ ਅਸੀਸਾਂ ਵੀ ਦਿੰਦੀਆਂ ਨੇ, ਵਧਾਈਆਂ ਵੀ ਸੰਗਤਾਂ ਮਾਤਾਵਾਂ ਦੇ ਰਹੀਆਂ ਹਨ। ਹੈ ਦੀਰਘ ਸੰਕਟ ਹੋਏ ਨ ਕੋ। ਤੇ ਅਰਦਾਸਾਂ ਕਰਦੀਆਂ ਨੇ ਵੱਡੀ ਉਮਰ ਹੋਵੇ ਤੇ ਸੰਕਟ ਕੋਈ ਨਾ ਆਵੇ। ਵੱਡੀ ਆਰਜਾ ਹਰਗੋਬਿੰਦ ਕੀ, ਮਹਾਰਾਜ ਨੇ ਲਿਖਿਆ ਵੀ ਕਿਤਨੀ ਵੱਡੀ ਆਰਜਾ ਹੈ, ਸਾਲਾਂ ਦੀ ਗਿਣਤੀ ਨਹੀਂ। ਇਹਦਾ ਮਤਲਬ ਇਹ ਹੈ ਜਿੰਨਾ ਚਿਰ ਬ੍ਰਹਿਮੰਡ ਹੈਗਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੌਜੂਦ ਨੇ। ਕਿਤੇ ਵੀ ਯਾਦ ਕਰ ਲਓ, ਕਿਤੇ ਵੀ ਪੁਕਾਰ ਲਓ, ਕੋਈ ਦੁੱਖ ਆ ਜਾਏ ਤੇ ਜਿਤਨੀਆਂ ਸੈਨਾਵਾਂ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ, ਉਹ ਸਾਰਾ ਬਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਹੁੰਚ ਜਾਂਦੇ। ਗੁਰੂ ਸਿੱਖਾਂ ਦੀ ਰਾਖੀ ਕਰਦਾ। ਇੱਕ ਵਾਕਿਆ ਮੈਨੂੰ ਚੇਤੇ 'ਚ ਆ ਗਿਆ। ਉਹਨਾਂ ਦਾ ਨਾਮ ਭਾਈ ਕੁਲਦੀਪ ਸਿੰਘ ਆਨੰਦ ਹੈ, ਬੈਂਕਾਕ ਰਹਿੰਦੇ। ਪਹਿਲਾਂ ਜਿਹੜੀ ਥਾਈਲੈਂਡ ਵਿੱਚ ਇੰਡੀਅਨ ਅੰਬੈਸੀ, ਉਹਦੇ ਵਿੱਚ ਵੱਡੇ ਅਫਸਰ ਰਹੇ। ਪਿੱਛੋਂ ਰਜੌਰੀ ਗਾਰਡਨ ਤੋਂ ਨੇ, ਦਿੱਲੀ ਰਜੌਰੀ ਗਾਰਡਨ ਤੋਂ। ਉਹ ਹੁਣ ਉੱਥੇ ਬੈਂਕਾਕ ਹੀ ਸੈਟਲਡ ਨੇ। ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ, ਆਖਣ ਲੱਗੇ ਅਸੀਂ ਟ੍ਰੇਨ ਵਿੱਚ ਜਾ ਰਹੇ ਸੀ ਤੇ ਉਹਨਾਂ ਦਿਨਾਂ 'ਚ ਫਸਟ ਕਲਾਸ ਹੁੰਦੀ ਸੀ ਵਿਦਆਊਟ ਏਸੀ। ਉਸ ਵਿੱਚ ਸਫ਼ਰ ਕਰ ਰਹੇ ਸੀ ਤੇ ਕਹਿੰਦੇ ਰਸਤੇ ਵਿੱਚ ਟ੍ਰੇਨ ਵਿੱਚ ਡਾਕਾ ਪੈ ਗਿਆ। ਹੋ ਸਕਦਾ ਉਹ ਗੱਲ ਸੁਣ ਵੀ ਰਹੇ ਹੋਣ, ਬਜ਼ੁਰਗ ਵੱਡੀ ਉਮਰ ਦੇ ਸਨ, ਗੁਰੂ ਮਿਹਰ ਬਣਾਈ ਰੱਖੇ ਤੇ ਸੁਣਦੇ ਹੋਣ। ਆਖਣ ਲੱਗੇ ਡਾਕਾ ਪੈ ਗਿਆ ਤੇ ਸਾਡੇ ਸਾਹਮਣੇ ਬੈਠੀ ਸੀਟ ਤੇ ਪੈਸੰਜਰਾਂ ਨੂੰ ਡਾਕੂਆਂ ਨੇ ਲੁੱਟ ਲਿਆ, ਜ਼ਖਮੀ ਵੀ ਕੀਤਾ। ਤੇ ਕਹਿੰਦੇ ਮੇਰੀ ਵਾਈਫ ਨੇ ਵਾਈਟ ਗੋਲਡ ਪਾਇਆ ਹੋਇਆ ਸੀ, ਮਹਿੰਗੇ ਗਹਿਣੇ ਪਾਏ ਹੋਏ ਸਨ, ਪਰ ਸਾਡੇ ਵੱਲ ਨਾ ਉਹਨਾਂ ਨੇ ਦੇਖਿਆ ਤੇ ਨਾ ਸਾਨੂੰ ਲੁੱਟਿਆ ਤੇ ਬਾਹਰ ਚਲੇ ਗਏ। ਤੇ ਕਹਿਣ ਲੱਗੇ ਅਸੀਂ ਉਹਨਾਂ ਸਾਹਮਣੇ ਵਾਲੇ ਪੈਸੰਜਰ ਜਿਹੜੇ ਸਨ ਉਹਨਾਂ ਨਾਲ ਅਫਸੋਸ ਜ਼ਾਹਰ ਕੀਤਾ ਵੀ ਬੜਾ ਮਾੜਾ ਹੋਇਆ, ਤੁਹਾਨੂੰ ਲੁੱਟ ਵੀ ਲਿਆ, ਤੁਹਾਨੂੰ ਜ਼ਖਮੀ ਵੀ ਕੀਤਾ। ਉਹ ਕਹਿਣ ਲੱਗੇ ਸਰਦਾਰ ਜੀ ਇਹ ਗੱਲ ਤਾਂ ਠੀਕ ਹੈਗੀ ਹੈ, ਪਰ ਸਾਨੂੰ ਇਹ ਦੱਸੋ ਬਈ ਤੁਹਾਡੇ ਨਾਲ ਨਾਲ ਇੱਕ ਹੱਥ ਵਿੱਚ ਖੰਡਾ ਲੈ ਕੇ ਘੋੜੇ ਦਾ ਸਵਾਰ ਕੌਣ ਨਾਲ ਨਾਲ ਟ੍ਰੇਨ ਤੇ ਦੌੜਦਾ ਪਿਆ ਸੀ, ਉਹ ਦੱਸੋ ਕੌਣ ਹੈਗਾ। ਤੇ ਭਾਈ ਕੁਲਦੀਪ ਸਿੰਘ ਆਨੰਦ ਉਹ ਕਹਿਣ ਲੱਗੇ ਮੈਂ ਜ਼ਾਰ ਰੋਣ ਲੱਗ ਪਿਆ। ਤੇ ਮੈਂ ਕਿਹਾ ਉਹ ਹੋਰ ਕੋਈ ਨਹੀਂ ਹੈਗਾ,
ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੈਗੇ ਸੀ। ਉਹ ਸਿੱਖਾਂ ਦੀ ਰਾਖੀ ਕਰਦੇ ਨੇ। ਤੁਸੀਂ ਬੜੀ ਵਾਰੀ ਦੇਖਿਆ ਹੋਵੇਗਾ, ਕੋਈ ਇਤਨਾ ਤੇਜ਼ ਵਾਹੀਕਲ ਕੋਲੋਂ ਦੀ ਲੰਘ ਗਿਆ, ਤੁਸੀਂ ਹੇਠਾਂ ਆਉਂਦੇ ਆਉਂਦੇ ਬਚ ਗਏ। ਕੋਈ ਹਾਦਸਾ ਹੋਇਆ, ਬਚਣਾ ਨਾਮੁਮਕਿਨ ਸੀ, ਪਰ ਤੁਹਾਡੀ ਰਾਖੀ ਹੋ ਗਈ ਤੇ ਉਸ ਵੇਲੇ ਮੂੰਹੋਂ ਨਿਕਲ ਜਾਂਦਾ ਹੈ ਬਈ ਅੱਜ ਤੇ ਗੁਰੂ ਨੇ ਹੀ ਰੱਖ ਲਿਆ, ਅੱਜ ਤਾਂ ਗੁਰੂ ਨੇ ਹੀ ਬਚਾ ਲਿਆ। ਕੌਣ ਦੱਸੇ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਧਰੇ ਗਏ ਨਹੀਂ ਹੈਗੇ, ਅਨੰਤ ਯੁੱਗਾਂ ਤੱਕ ਬਿਰਾਜਮਾਨ ਨੇ। ਇਹ ਸਾਰੇ ਬ੍ਰਹਿਮੰਡ ਖਤਮ ਹੋ ਜਾਣਗੇ, ਸਭ ਕਾਲ ਵਿੱਚ ਬਣਦੇ ਨੇ, ਕਾਲ ਵਿੱਚ ਸਮਾ ਜਾਂਦੇ ਨੇ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੁਗੋ ਜੁਗਾ ਅਟਲ ਹੈਗੇ। ਸੰਗਤਾਂ ਦੀਆਂ ਅਰਦਾਸਾਂ ਨੇ, ਮਾਤਾ ਜੀ ਦੀਆਂ ਅਸੀਸਾਂ ਨੇ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਅਸੀਸਾਂ, ਇਹ ਰਹਿਮਤਾਂ ਸਤਿਗੁਰੂ ਸਾਰਿਆਂ ਲਈ ਵੰਡ ਰਹੇ ਹਨ। ਬਸ ਲੋੜ ਹੈ ਉਹਨਾਂ ਦੇ ਬਚਨਾਂ ਅਨੁਸਾਰ ਚੱਲਣ ਦੀ। ਮਿਲ ਕੋ ਅਬਲਾ ਪਗ ਕੰਜ ਛੁਵੈ। ਕੁਝ ਮਾਤਾਵਾਂ ਅੱਗੇ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਚਰਨ ਵੀ ਸੋ ਰਹੀਆਂ ਹਨ। ਅਵਲੋਕਤ ਕੇ ਸਿਰ ਨਮਰ ਹੁਵੈ। ਔਰ ਬਹੁਤ ਸੋਹਣਾ ਸੀਸ ਝੁਕਾ ਕੇ ਦਰਸ਼ਨ ਕਰ ਰਹੀਆਂ ਹਨ। ਮਨ ਭਾਵਤ ਗੀਤਨ ਗਾਵਤ ਹੈ। ਪਰ ਬ੍ਰਹਮ ਪਰਮੇਸ਼ਰ ਦੇ ਗੀਤ, ਇੱਥੇ ਕੋਈ ਹੋਰ ਦੁਨਿਆਵੀ ਗੀਤ ਨਾ ਸਮਝ ਲੈਣ। ਇਹ ਗੀਤ, ਇਹ ਉਹ ਸਾਚਾ ਸੋਹਿਲਾ ਸਾਚਾ ਕਰ ਗਾਓ। ਉਹ ਬਾਣੀ ਦੇ ਸ਼ਬਦ ਗਾ ਰਹੀਆਂ ਹਨ। ਪਟ ਭੂਖਨ ਚਾਰ ਸੁਹਾਵਤ ਹੈ। ਬੜੇ ਸੋਹਣੇ ਖੁੱਲੇ ਖੁੱਲੇ ਗਹਿਣੇ ਤੇ ਸੁੰਦਰ ਗਹਿਣੇ ਮਹਾਰਾਜ ਜੀਆਂ ਦੇ ਗਲ ਸ਼ੋਭਾ ਪਾ ਰਹੇ ਹਨ। ਹਿਮ ਹੋਤ ਪਇਓ ਉਤਸਾਹ ਮਹਾ। ਇਸ ਤਰ੍ਹਾਂ ਮਹਾਨ ਉਤਸ਼ਾਹ ਬਣਿਆ, ਮਹਾਨ ਖੁਸ਼ੀ ਦਾ ਸਮਾਂ ਬਣਿਆ ਹੋਇਆ ਹੈ। ਗੁਰ ਕੋ ਪੁਰ ਮੋਦੀ ਜਹਾਂ ਸੋ ਕਹਾ। ਔਰ ਇਸ ਤਰ੍ਹਾਂ ਸਤਿਗੁਰੂ ਜੀ ਦੀ ਨਗਰੀ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਭ ਪਾਸੇ ਆਨੰਦ ਹੀ ਆਨੰਦ ਬਰਸ ਰਿਹਾ ਹੈ ਤੇ ਉਹ ਆਨੰਦ ਅੱਜ ਵੀ ਬਰਸ ਰਿਹਾ। ਤੁਸੀਂ ਸ੍ਰੀ ਦਰਬਾਰ ਸਾਹਿਬ ਜਾਓ, ਜਾ ਕੇ ਸੀਸ ਝੁਕਾਓ, ਪੌੜੀਆਂ ਉਤਰਦਿਆਂ ਸਾਰ ਜਿਹੜੀਆਂ ਕੀਰਤਨ ਦੀਆਂ ਤਰੰਗਾਂ ਨੇ ਉਹ ਰੋਮ ਰੋਮ ਨੂੰ ਰੋਮਾਂਚਿਤ ਕਰ ਦਿੰਦੀਆਂ, ਆਨੰਦ ਨਾਲ ਹਿਰਦਾ ਭਰ ਜਾਂਦਾ, ਬਰਕਤਾਂ ਬਰਸ ਪੈਂਦੀਆਂ ਨੇ। ਔਰ ਮੈਂ ਅਰਜ਼ ਕਰਾਂ, ਤੁਸੀਂ ਸੀਸਗੰਜ ਸਾਹਿਬ ਚਲੇ ਜਾਓ, ਬੰਗਲਾ ਸਾਹਿਬ ਚਲੇ ਜਾਓ, ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਮਿਹਰਾਂ ਦੀ ਦਾਤ ਝੋਲੀ 'ਚ ਪੈ ਜਾਂਦੀ ਹੈ। ਤੇ ਦੂਰ ਕਿਉਂ ਜਾਈਏ, ਇੱਥੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆ ਜਾਓ। ਬਾਹਰੋਂ ਲੰਘਦਿਆਂ ਹੀ ਨਾ ਜਿਹੜੇ ਸਜਦਾ ਕਰਦੇ ਹੋਏ ਜਾਂਦੇ ਨੇ, ਉਹਨਾਂ ਦਾ ਹਿਰਦਾ ਸ਼ਾਂਤ ਹੋਈ ਜਾਂਦਾ, ਮਨ ਆਨੰਦ ਨਾਲ ਭਰਦਾ ਜਾਂਦਾ ਹੈ। ਨਰ ਨਾਰ ਮਿਲੇ ਅਵਲੋਕਨ ਕੋ। ਔਰ ਇਸ ਤਰ੍ਹਾਂ ਦੇ ਨਾਲ ਇਸਤਰੀ ਪੁਰਸ਼ ਸਾਰੇ ਮਾਈ ਭਾਈ ਮਿਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਹਰ ਖਾਏ ਗਏ ਸਭ ਓ ਕਨ ਕੋ। ਸਾਰੇ ਖੁਸ਼ੀਆਂ ਲੈ ਕੇ, ਪ੍ਰਸੰਨਤਾ ਲੈ ਕੇ ਆਪਣੇ ਆਪਣੇ ਘਰ ਨੂੰ ਜਿਹੜੇ ਮੇਵੇ, ਬਾਦਾਮ ਗਿਰੀਆਂ, ਹੋਰ ਫਰੂਟ, ਬਸਤਰ ਆਦਿਕ ਸਭ ਨੂੰ ਦੇ ਕੇ ਤੋਰਿਆ ਸੀ ਮਹਾਰਾਜ ਜੀ। ਮੈਂ ਅਰਜ਼ ਕਰਾਂ, ਕਿਸੇ ਆਮ ਬੰਦੇ ਦੇ ਘਰ 'ਚ ਵੀ ਵਿਆਹ ਹੁੰਦਾ, ਸ਼ਗਨ ਹੁੰਦਾ ਹੈ ਨਾ, ਤੇ ਉਹ ਜਾਂਦੇ ਹੋਏ ਮਹਿਮਾਨਾਂ ਨੂੰ ਕੋਈ ਮਿੱਠਾ ਦੇ ਕੇ ਤੋਰਦੇ, ਖਾਲੀ ਨਹੀਂ ਤੋਰਦੇ। ਉਹਨਾਂ ਦੇ ਮੈਂ ਅਰਜ਼ ਕਰਾਂ ਇਹ ਫਰਜ਼ ਬਣ ਜਾਂਦੇ ਤੇ ਉਹ ਪ੍ਰੇਮ ਨਾਲ ਤੋਰਦੇ ਨੇ। ਪਰ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਘਰ ਆਏ ਹੋਣਗੇ, ਕਿੰਨਾ ਕੁਝ ਦੇ ਕੇ ਤੋਰਿਆ ਹੋਵੇ, ਬਹੁਤ ਸਾਰੀਆਂ ਮਠਿਆਈਆਂ, ਬਸਤਰ ਔਰ ਸੁੱਕੇ ਮੇਵੇ ਮਹਾਰਾਜ ਜੀ ਨੇ ਖੁੱਲੇ ਖੁੱਲੇ ਸਾਰਿਆਂ ਨੂੰ ਵਰਤਾਏ। ਤੇ ਉਹ ਸਾਰੇ ਬਰਕਤਾਂ, ਖੁਸ਼ੀਆਂ, ਖੇੜੇ ਲੈ ਕੇ ਆਪਣੇ ਆਪਣੇ ਘਰ ਨੂੰ ਰਵਾਨਾ ਹੋਏ ਹਨ। ਉਹਨਾਂ ਦੇ ਜਾਣ ਦਾ ਸਮਾਂ ਹੋਇਆ ਤੇ ਦਾਸ ਦਾ ਵੀ ਹੁਣ ਸਮਾਪਤੀ ਦਾ ਸਮਾਂ ਹੈ।
ਸਮਾਂ ਹੋ ਗਿਆ ਹੈ। ਕੁਦਰਤੀ ਹੈ ਪ੍ਰਸੰਗ ਵੀ ਇੱਥੇ ਪਹੁੰਚਿਆ ਵੀ ਸੰਗਤਾਂ ਵਿਦਾ ਲੈ ਕੇ ਆਪਣੇ ਆਪਣੇ ਘਰ ਗਈਆਂ ਤੇ ਉਧਰੋਂ ਸਮੇਂ ਦਾ ਅਲਾਰਮ ਮੈਨੂੰ ਹੋ ਗਿਆ ਬਈ ਹੁਣ ਸਮਾਪਤੀ ਦਾ ਸਮਾਂ ਹੈ। ਬਾਕੀ ਜਿਹੜੀ ਵਿਚਾਰ ਹੈ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਨੰਦ ਕਾਰਜ ਦੀ, ਹੋਰ ਖੁਸ਼ੀਆਂ ਖੇੜਿਆਂ ਦੇ ਸਮਾਗਮਾਂ ਦੀ, ਉਹ ਸਾਰੀ ਕੱਲ੍ਹ ਤੇ ਆਉਣ ਵਾਲੇ ਦਿਨਾਂ 'ਚ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਦਾਸ ਹਾਰਦਿਕ ਤੌਰ ਤੇ ਆਪ ਸਭ ਦਾ ਧੰਨਵਾਦੀ ਹੈ। ਸਤਿਗੁਰੂ ਮਿਹਰਾਂ ਕਰ ਦੇਵਣ। ਜਿਹੜਾ ਕੱਲ੍ਹ ਦਾ ਲੋਕਡਾਊਨ ਗੁਰੂ ਅਸਥਾਨਾਂ ਤੋਂ, ਧਾਰਮਿਕ ਅਸਥਾਨਾਂ ਤੋਂ ਖੁੱਲ੍ਹਿਆ, ਦਾਸ ਉਸ ਦਾ, ਉਸ ਕਰਕੇ ਸਾਰੇ ਪ੍ਰਸ਼ਾਸਨ ਦਾ, ਪ੍ਰਾਈਮ ਮਿਨਿਸਟਰ ਦਾ ਤੇ ਹੋਰ ਸਭ ਦਾ, ਸੰਬੰਧਿਤ ਅਧਿਕਾਰੀਆਂ ਦਾ ਜਿਹੜਾ ਹੈ ਦਿਲੋਂ ਸਵਾਗਤ ਕਰਦਾ ਹੈ। ਹੁਣ ਆਪ ਨੂੰ ਬੇਨਤੀ ਹੈ ਵੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਹੋਇਆ, ਵੈਸੇ ਕੋਈ ਕਮੀ ਨਹੀਂ ਹੈ ਇੱਥੇ, ਹਰ ਥੋੜ੍ਹੇ ਸਮੇਂ ਬਾਅਦ ਹਰ ਤਰ੍ਹਾਂ ਨਾਲ ਫਰਸ਼ ਆਦਿ ਸਾਫ਼ ਕੀਤਾ ਜਾ ਰਿਹਾ, ਸੈਨੀਟਾਈਜ਼ ਕਰਵਾਇਆ ਜਾ ਰਿਹਾ ਔਰ ਬਾਕਾਇਦਾ 6 ਫੁੱਟ ਦੂਰੀ ਤੇ ਸੰਗਤਾਂ ਬੈਠ ਰਹੀਆਂ ਨੇ। ਆਪ ਸਾਰੇ ਸਿੱਖਸ਼ਤ ਤੇ ਸਿਆਣੇ ਹੋ, ਮਹਾਰਾਜ ਜੀ ਦੇ ਘਰ ਸ਼ਰਧਾ ਨਾਲ, ਪ੍ਰੇਮ ਨਾਲ ਆਓ ਤੇ ਖੁਸ਼ੀਆਂ ਦੀ ਦਾਤ ਝੋਲੀ 'ਚ ਪਵਾ ਕੇ ਆਪਣੇ ਘਰਾਂ ਨੂੰ ਲੈ ਜਾਓ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ। ਆਓ ਜੋ 2 ਮਿੰਟ ਰਹਿੰਦੇ ਹਨ ਮਿਲ ਕੇ ਸਾਰੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।